ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਮਹਾਤਮਾ ਬੁੱਧ ਆਪਣੇ ਚੇਲਿਆਂ ਦੇ ਨਾਲ ਇੱਕ ਪਿੰਡ ਵਿੱਚੋਂ ਦੀ ਲੰਘ ਰਹੇ ਸੀ। ਉਹਨਾਂ ਨੇ ਦੇਖਿਆ ਕਿ ਉਹਨਾਂ ਤੋਂ ਥੋੜੀ ਹੀ ਦੂਰ ਇੱਕ ਦਰਖਤ ਦੇ ਥੱਲੇ ਇੱਕ ਬਿਰਧ ਆਦਮੀ ਬੈਠਾ ਹੋਇਆ ਸੀ। ਉਹ ਪਹਿਲਾਂ ਤਾਂ ਜ਼ੋਰ-ਜ਼ੋਰ ਨਾਲ ਹੱਸਦਾ ਤੇ ਫਿਰ ਅਚਾਨਕ ਹੀ ਉੱਚੀ-ਉੱਚੀ ਰੋਣ ਲੱਗ ਜਾਂਦਾ। ਮਹਾਤਮਾ ਬੁੱਧ ਦੇ ਨਾਲ-ਨਾਲ ਉਹਨਾਂ ਦੇ ਚੇਲੇ ਵੀ ਇਹ ਸਭ ਦੇਖ ਰਹੇ ਸੀ। ਜਦੋਂ ਮਹਾਤਮਾ ਬੁੱਧ ਉਸ ਬੰਦੇ ਕੋਲ ਗਏ ਤਾਂ ਉਹ ਮਹਾਤਮਾ ਬੁੱਧ ਨੂੰ ਦੇਖ ਕੇ ਉੱਚੀ-ਉੱਚੀ ਰੋਣ ਲੱਗ ਜਾਂਦਾ ਏ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪੈਂਦਾ ਏ ਤੇ ਕਹਿਣ ਲੱਗਿਆ ਕਿ ਤੁਸੀਂ ਜੋ ਵੀ ਆਖਦੇ ਹੋ ਉਹ ਬਿਲਕੁਲ ਸੱਚ ਹੈ, ਪਰ ਮੈਂ ਹੀ ਤੁਹਾਡੀਆਂ ਗੱਲਾਂ ਨੂੰ ਸਮਝ ਨਹੀਂ ਸਕਿਆ ਤੇ ਤੁਹਾਡਾ ਵਿਰੋਧ ਕਰਦਾ ਰਿਹਾ, ਤੁਹਾਡਾ ਮੈਂ ਬਹੁਤ ਅਪਮਾਨ ਕਰਦਾ ਰਿਹਾ। ਐਨਾ ਕਹਿ ਕੇ ਉਸ ਬੁੱਢੇ ਸ਼ਖਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਡਿੱਗਣ ਲੱਗ ਜਾਂਦੇ ਨੇ। ਮਹਾਤਮਾ ਬੁੱਧ ਨੇ ਉਸ ਸ਼ਖਸ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਬਿਨਾਂ ਕੁਝ ਬੋਲੇ ਥੋੜੀ ਦੇਰ ਉਸ ਦੇ ਮੂੰਹ ਵੱਲ ਦੇਖਦੇ ਰਹੇ ਤੇ ਫਿਰ ਮਹਾਤਮਾ ਬੁੱਧ ਨੇ ਆਪਣੀ ਬਗਲੀ ਵਿੱਚੋਂ 2 ਰੋਟੀਆਂ ਕੱਢੀਆਂ ਤੇ ਉਸ ਨੂੰ ਖਾਣ ਲਈ ਦੇ ਦਿੱਤੀਆਂ। ਉਹ ਸ਼ਖਸ ਵਾਕਈ ਬਹੁਤ ਭੁੱਖਾ ਸੀ। ਉਸਨੇ ਮਹਾਤਮਾ ਬੁੱਧ ਤੋਂ ਲੈ ਕੇ ਫਟਾਫਟ ਉਹ ਰੋਟੀਆਂ ਖਾ ਲਈਆਂ ਤੇ ਪਾਣੀ ਵੀ ਪੀ ਲਿਆ, ਪਰ ਰੋਟੀ ਦੀ ਹਰ ਬੁਰਕੀ ਖਾਣ ਵੇਲੇ ਕਦੇ ਉਹ ਹੱਸਦਾ ਤੇ ਕਦੇ ਉਹ ਰੋਣ ਲੱਗ ਜਾਂਦਾ। ਮਹਾਤਮਾ ਬੁੱਧ ਦੇ ਚੇਲਿਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਸ਼ਖਸ ਪਾਗਲ ਹੈ। ਉਹਨਾਂ ਚੇਲਿਆਂ ਵਿੱਚੋਂ ਇੱਕ ਨੇ ਤਾਂ ਮਹਾਤਮਾ ਬੁੱਧ ਨੂੰ ਪੁੱਛ ਹੀ ਲਿਆ ਕਿ ਮਹਾਤਮਾ, ਇਸ ਬਜ਼ੁਰਗ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਸਾਨੂੰ ਤਾਂ ਇਹ ਕੋਈ ਪਾਗਲ ਲੱਗ ਰਿਹਾ ਏ। ਮਹਾਤਮਾ ਬੁੱਧ ਨੇ ਜਵਾਬ ਦਿੱਤਾ ਕਿ ਬਿਲਕੁਲ ਨਹੀਂ, ਇਹ ਸ਼ਖਸ ਪਾਗਲ ਨਹੀਂ ਹੈ, ਸਗੋਂ ਇਸ ਨੂੰ ਤਾਂ ਗਿਆਨ ਦੀ ਪ੍ਰਾਪਤੀ ਹੋਈ ਹੈ। ਇਸ ਲਈ ਤੁਸੀਂ ਵੀ ਇਸ ਦੇ ਕੋਲ ਬੈਠੋ, ਇਸ ਕੋਲੋਂ ਗਿਆਨ ਪ੍ਰਾਪਤ ਕਰੋ। ਉਹ ਸਾਰੇ ਚੇਲੇ ਉਸ ਬਜ਼ੁਰਗ ਕੋਲ ਜਾ ਕੇ ਬੈਠ ਗਏ ਤੇ ਉਸ ਬਜ਼ੁਰਗ ਨੂੰ ਸਵਾਲ ਕੀਤਾ ਕਿ ਸਾਨੂੰ ਤੁਹਾਡੇ ਹੱਸਣ ਤੇ ਰੋਣ ਵਾਲੀ ਗੱਲ ਸਮਝ ਵਿੱਚ ਨਹੀਂ ਆਈ, ਕਿ ਤੁਸੀਂ ਸਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸ ਸਕਦੇ ਹੋ। ਉਸ ਬਜ਼ੁਰਗ ਨੇ ਗੱਲ ਦੱਸਣੀ ਸ਼ੁਰੂ ਕੀਤੀ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਮਹਾਤਮਾ ਬੁੱਧ ਨੂੰ ਮਿਲਿਆ ਸੀ। ਮੈਂ ਉਹਨਾਂ ਦੇ ਉਪਦੇਸ਼ ਸੁਣੇ, ਪਰ ਮੈਨੂੰ ਉਹਨਾਂ ਦੇ ਉਹ ਉਪਦੇਸ਼ ਬਿਲਕੁਲ ਚੰਗੇ ਨਹੀਂ ਲੱਗੇ। ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਜਿਉਣ ਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਹਾਤਮਾ ਬੁੱਧ ਦੇ ਉਹ ਉਪਦੇਸ਼ ਕਿਸੇ ਕੰਮ ਦੇ ਨਹੀਂ। ਮੈਨੂੰ ਲੱਗਦਾ ਸੀ ਕਿ ਮਹਾਤਮਾ ਬੁੱਧ ਐਵੇਂ ਹੀ ਲੋਕਾਂ ਨੂੰ ਮਗਰ ਲਾਈ ਫਿਰਦੇ ਨੇ। ਇਸ ਲਈ ਮੈਂ ਮਹਾਤਮਾ ਬੁੱਧ ਦੇ ਵਿਰੋਧੀਆਂ ਨਾਲ ਮਿਲ ਕੇ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚਦਾ ਸੀ। ਮੈਂ ਲੋਕਾਂ ਸਾਹਮਣੇ ਮਹਾਤਮਾ ਬੁੱਧ ਨੂੰ ਰੱਜ ਕੇ ਭੰਡਦਾ ਤੇ ਮੈਂ ਕੋਸ਼ਿਸ਼ ਕਰਦਾ ਕਿ ਲੋਕ ਉਹਨਾਂ ਦੇ ਝਾਂਸੇ ਵਿੱਚ ਨਾ ਆਉਣ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਉਹਨਾਂ ਦੇ ਖਿਲਾਫ ਹੋ ਜਾਣ। ਮਹਾਤਮਾ ਬੁੱਧ ਆਪਣੇ ਉਪਦੇਸ਼ਾਂ ਵਿੱਚ ਕਹਿੰਦੇ ਸੀ ਕਿ ਜ਼ਿਆਦਾ ਪੈਸੇ ਦਾ ਲਾਲਚ ਇਨਸਾਨ ਨੂੰ ਹਮੇਸ਼ਾ ਦੁੱਖ ਹੀ ਦਿੰਦਾ ਏ, ਪਰ ਮਹਾਤਮਾ ਬੁੱਧ ਦੀ ਇਹ ਗੱਲ ਮੈਨੂੰ ਬਿਲਕੁਲ ਬੇਤੁਕੀ ਲੱਗਦੀ ਸੀ। ਉਹ ਇਹ ਵੀ ਆਖਦੇ ਸੀ ਕਿ ਨਾ ਤਾਂ ਝੂਠ ਬੋਲੋ ਤੇ ਨਾ ਹੀ ਸ਼ਰਾਬ ਦਾ ਸੇਵਨ ਕਰੋ ਤੇ ਨਾ ਕਿਸੇ ਨਾਲ ਠੱਗੀ ਠੋਰੀ ਧੋਖਾਬਾਜ਼ੀ ਕਰੋ, ਪਰ ਮਹਾਤਮਾ ਬੁੱਧ ਦੀਆਂ ਇਹ ਗੱਲਾਂ ਮੈਨੂੰ ਬਿਲਕੁਲ ਜ਼ਹਿਰ ਵਾਂਗ ਲੱਗਦੀਆਂ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਇਹੀ ਸਭ ਕੁਝ ਕਰਦਾ ਸੀ। ਆਪਣਾ ਕਾਰੋਬਾਰ ਵਧਾਉਣ ਲਈ ਝੂਠ ਬੋਲਣਾ, ਜ਼ਿਆਦਾ ਫਾਇਦਾ ਕਮਾਉਣ ਲਈ ਝੂਠ ਬੋਲ ਕੇ ਲੋਕਾਂ ਨੂੰ ਠੱਗਣਾ ਤੇ ਫਿਰ ਰਾਤ ਨੂੰ ਸ਼ਰਾਬ ਪੀ ਕੇ ਸਾਰੇ ਦਿਨ ਦੀ ਥਕਾਨ ਲਾਉਣੀ। ਪਰ ਉਹਨਾਂ ਦਿਨਾਂ ਵਿੱਚ ਮੈਂ ਇਹ ਵੀ ਦੇਖਿਆ, ਜੋ ਲੋਕ ਮਹਾਤਮਾ ਬੁੱਧ ਦੀਆਂ ਇਹ ਗੱਲਾਂ ਮੰਨਦੇ ਸੀ ਉਹਨਾਂ ਲੋਕਾਂ ਦੀ ਜ਼ਿੰਦਗੀ ਹੋਰਾਂ ਦੇ ਮੁਕਾਬਲੇ ਬਹੁਤ ਵਧੀਆ ਸੀ, ਜਦਕਿ ਉਹ ਲੋਕ ਇੰਨੇ ਅਮੀਰ ਵੀ ਨਹੀਂ ਸੀ। ਤੇ ਮੈਂ ਉਹਨਾਂ ਤੋਂ ਕੁਝ ਸਿੱਖਣ ਦੀ ਬਜਾਏ ਉਹਨਾਂ ਨਾਲ ਈਰਖਾ ਕਰਦਾ ਸੀ। ਇਹੀ ਸੋਚ ਕੇ ਮੈਂ ਰੋ ਰਿਹਾ ਹਾਂ ਕਿ ਕਾਸ਼ ਇਹ ਗੱਲਾਂ ਮੈਂ ਉਦੋਂ ਸਮਝ ਲਈਆਂ ਹੁੰਦੀਆਂ। ਹੁਣ ਕਿਤੇ ਜਾ ਕੇ ਮੈਨੂੰ ਇਹਨਾਂ ਗੱਲਾਂ ਦੀ ਸਮਝ ਆਉਣ ਲੱਗੀ ਏ, ਜਦਕਿ ਹੁਣ ਮੈਂ ਬੁੱਢਾ ਹੋ ਗਿਆ ਤੇ ਮੇਰੇ ਕੋਲ ਹੁਣ ਬਹੁਤਾ ਸਮਾਂ ਵੀ ਨਹੀਂ ਬਚਿਆ। ਤੇ ਮੈਂ ਹੱਸਦਾ ਇਸ ਲਈ ਹਾਂ ਕਿਉਂਕਿ ਮੈਨੂੰ ਦਿਖ ਰਿਹਾ ਹੈ ਕਿ ਮੇਰੇ ਆਸ-ਪਾਸ ਦੇ ਲੋਕ ਵੀ ਉਹੀ ਗਲਤੀ ਕਰ ਰਹੇ ਨੇ ਜੋ ਮੈਂ ਕੀਤੀਆਂ ਸੀ, ਤੇ ਇਹਨਾਂ ਨੂੰ ਵੀ ਇਹ ਗੱਲ ਉਦੋਂ ਹੀ ਸਮਝ ਆਉਣੀ ਏ ਜਦੋਂ ਸਮਾਂ ਰੇਤ ਵਾਂਗੂ ਇਹਨਾਂ ਦੇ ਹੱਥਾਂ ਵਿੱਚੋਂ ਫਿਸਲ ਗਿਆ। ਫਿਰ ਮੇਰੇ ਵਾਂਗੂ ਇਹ ਵੀ ਪਛਤਾਉਣਗੇ ਕਿ ਕਾਸ਼ ਅਸੀਂ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਸਮਝ ਲਿਆ ਹੁੰਦਾ। ਚੇਲਿਆਂ ਨੇ ਅੱਗੇ ਪੁੱਛਿਆ ਕਿ ਸਾਡੀ ਇੱਕ ਹੋਰ ਬੇਨਤੀ ਹੈ, ਜਿਹੜੇ ਗਿਆਨ ਦੀ ਪ੍ਰਾਪਤੀ ਤੁਹਾਨੂੰ ਹੋਈ ਹੈ ਸਾਡੇ ਨਾਲ ਉਹ ਵੀ ਸਾਂਝਾ ਕਰੋ, ਤਾਂ ਜੋ ਸਾਡੇ ਗਿਆਨ ਵਿੱਚ ਵੀ ਵਾਧਾ ਹੋ ਸਕੇ ਤੇ ਅਸੀਂ ਵੀ ਜ਼ਿੰਦਗੀ ਦੀ ਗਹਿਰਾਈ ਨੂੰ ਸਮਝ ਸਕੀਏ।
ਉਸ ਬੁੱਢੇ ਵਿਅਕਤੀ ਨੇ ਅੱਗਿਓਂ ਹੱਥ ਜੋੜ ਕੇ ਕਿਹਾ ਕਿ ਤੁਸੀਂ ਮਹਾਤਮਾ ਬੁੱਧ ਦੇ ਚੇਲੇ ਹੋ। ਮਹਾਤਮਾ ਬੁੱਧ ਨਾਲੋਂ ਜ਼ਿੰਦਗੀ ਦੀ ਗਹਿਰਾਈ ਨੂੰ ਕਿਸੇ ਨੇ ਨਹੀਂ ਸਮਝਿਆ। ਮੈਂ ਤੁਹਾਨੂੰ ਉਹ ਤਾਂ ਨਹੀਂ ਦੱਸ ਸਕਦਾ, ਉਹ ਸਿਰਫ ਤੁਹਾਨੂੰ ਬੁੱਧ ਹੀ ਦੱਸ ਸਕਦੇ ਨੇ, ਪਰ ਫਿਰ ਵੀ ਮੈਂ ਤੁਹਾਨੂੰ ਓਨਾ ਗਿਆਨ ਤਾਂ ਦੇ ਹੀ ਸਕਦਾ ਜਿੰਨਾ ਕਿ ਇਸ ਜ਼ਿੰਦਗੀ ਨੂੰ ਮੈਂ ਸਮਝਿਆ ਏ। ਜ਼ਿੰਦਗੀ ਦੇ ਆਖਰੀ ਪੜਾਅ ਤੇ ਆ ਕੇ ਮੈਂ ਸਿੱਖਿਆ ਹੈ ਕਿ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਦੌੜ ਰਿਹਾ ਏ। ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲ ਜਾਣ ਲਈ ਕਾਹਲਾ ਪਿਆ ਹੋਇਆ ਏ। ਹਰ ਕੋਈ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਲਾਲਚ ਨਾਲ ਦੌੜ ਰਿਹਾ ਏ। ਇਹ ਇੱਕ ਦੂਜੇ ਤੋਂ ਅੱਗੇ ਲੰਘਣ ਵਾਲੀ ਦੌੜ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਏ। ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਮੈਂ ਆਪਣੇ ਦੋਸਤਾਂ ਤੋਂ ਅੱਗੇ ਨਿਕਲਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਮੇਰੇ ਕੋਲੇ ਮੇਰੇ ਦੋਸਤਾਂ ਨਾਲੋਂ ਵਧੀਆ ਖਿਡੌਣੇ ਤੇ ਸੋਹਣੇ ਸੋਹਣੇ ਕੱਪੜੇ ਹੋਣ। ਮੈਂ ਹਰ ਕੀਮਤ ਵਿੱਚ ਉਹਨਾਂ ਨਾਲੋਂ ਸੋਹਣਾ ਦਿਖਣਾ ਚਾਹੁੰਦਾ ਸੀ। ਮੇਰੀ ਮਾਂ ਬਹੁਤ ਅੜਬ ਸੁਭਾਅ ਦੀ ਸੀ। ਉਹ ਮੈਨੂੰ ਮੇਰੇ ਪਸੰਦ ਦੇ ਖਿਡੌਣੇ ਤੇ ਮਠਿਆਈਆਂ ਲੈਣ ਤੋਂ ਹਮੇਸ਼ਾ ਰੋਕਦੀ ਸੀ। ਇਸ ਲਈ ਕਦੇ-ਕਦੇ ਮੇਰੇ ਮਨ ਵਿੱਚ ਖਿਆਲ ਆਉਂਦਾ ਸੀ ਕਿ ਜੇਕਰ ਮੇਰੀ ਮਾਂ ਮਰ ਜਾਵੇ ਤਾਂ ਮੈਂ ਆਜ਼ਾਦ ਹੋ ਜਾਵਾਂਗਾ ਤੇ ਆਪਣੀ ਮਰਜ਼ੀ ਦੇ ਨਾਲ ਖਿਡੌਣੇ ਤੇ ਕੱਪੜੇ ਮਠਿਆਈਆਂ ਲੈ ਸਕਾਂਗਾ, ਪਰ ਅਜਿਹਾ ਨਹੀਂ ਹੋਇਆ। ਫਿਰ ਮੈਂ ਸੋਚਿਆ ਕਿ ਜਲਦੀ ਵੱਡਾ ਹੋ ਜਾਵਾਂ ਤਾਂ ਕਿ ਮੈਂ ਬਾਕੀ ਵੱਡੇ ਬੱਚਿਆਂ ਦੀ ਤਰ੍ਹਾਂ ਆਪਣੇ ਫੈਸਲੇ ਆਪ ਲੈ ਸਕਾਂ। ਇਸ ਤਰ੍ਹਾਂ ਹੀ ਮੇਰਾ ਸਾਰਾ ਬਚਪਨ ਲੰਘ ਗਿਆ ਤੇ ਮੈਂ ਜਵਾਨ ਹੋ ਗਿਆ, ਪਰ ਉਦੋਂ ਤੱਕ ਖਿਡੌਣੇ ਤੇ ਮਠਿਆਈਆਂ ਵਰਗੀਆਂ ਚੀਜ਼ਾਂ ਮੈਨੂੰ ਬਹੁਤ ਹੀ ਬੇਕਾਰ ਲੱਗਣ ਲੱਗ ਪਈਆਂ। ਹੁਣ ਮੇਰੇ ਅੰਦਰ ਹੋਰ ਨਵੀਆਂ ਇੱਛਾਵਾਂ ਨੇ ਜਨਮ ਲੈ ਲਿਆ ਸੀ। ਮੈਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਪੈਸੇ ਕਮਾਉਣਾ ਚਾਹੁੰਦਾ ਸੀ ਤਾਂ ਕਿ ਮੈਂ ਉਹਨਾਂ ਨੂੰ ਦਿਖਾ ਸਕਾਂ ਕਿ ਮੈਂ ਉਹਨਾਂ ਨਾਲੋਂ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹਾਂ। ਮੈਂ ਉਹਨਾਂ ਤੋਂ ਵੱਡਾ ਘਰ ਬਣਾਉਣਾ ਚਾਹੁੰਦਾ ਸੀ ਤੇ ਉਹਨਾਂ ਤੋਂ ਵਧੀਆ ਰਹਿਣ ਸਹਿਣ ਅਪਣਾਉਣਾ ਚਾਹੁੰਦਾ ਸੀ ਤਾਂ ਜੋ ਸਾਰੇ ਮੇਰੀ ਤਾਰੀਫ ਕਰਨ ਤੇ ਮੈਨੂੰ ਇੱਜ਼ਤ ਦੇਣ। ਇਸ ਲਈ ਮੈਂ ਲੋਕਾਂ ਨੂੰ ਝੂਠ ਬੋਲੇ, ਉਹਨਾਂ ਖਿਲਾਫ ਸਾਜ਼ਿਸ਼ਾਂ ਰਚੀਆਂ ਤੇ ਉਹਨਾਂ ਨਾਲ ਠੱਗੀਆਂ ਧੋਖੇ ਧੜੀਆਂ ਵੀ ਕੀਤੀਆਂ। ਪਰ ਉਸ ਸਮੇਂ ਮੈਨੂੰ ਇਹ ਸਭ ਵਧੀਆ ਲੱਗਦਾ ਸੀ। ਮੈਂ ਸੋਚਦਾ ਸੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੀ ਪੈਸਾ ਕਮਾਇਆ ਜਾ ਸਕਦਾ ਏ ਤੇ ਅੱਗੇ ਵਧਿਆ ਜਾ ਸਕਦਾ ਏ। ਫਿਰ ਕੁਝ ਸਮੇਂ ਬਾਅਦ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ। ਮੈਨੂੰ ਬਹੁਤ ਹੀ ਸੋਹਣੀ ਘਰਵਾਲੀ ਮਿਲੀ ਜੋ ਮੇਰਾ ਬਹੁਤ ਹੀ ਧਿਆਨ ਰੱਖਦੀ ਸੀ। ਮੈਨੂੰ ਉਸ ਦੀ ਹਰ ਗੱਲ ਚੰਗੀ ਲੱਗਦੀ ਸੀ, ਪਰ ਵਿਆਹ ਦੇ ਕਾਫੀ ਸਾਲਾਂ ਬਾਅਦ ਵੀ ਮੇਰੇ ਕੋਈ ਸੰਤਾਨ ਨਹੀਂ ਹੋਈ। ਮੈਨੂੰ ਇਸ ਗੱਲ ਦੀ ਚਿੰਤਾ ਅੰਦਰੋਂ ਅੰਦਰੀ ਹੀ ਖਾਂਦੀ ਸੀ ਕਿ ਮੇਰੇ ਬੁਢਾਪੇ ਦਾ ਸਹਾਰਾ ਕੌਣ ਬਣੇਗਾ। ਜਦੋਂ ਮੈਂ ਆਪਣੇ ਦੋਸਤਾਂ ਦੇ ਘਰਾਂ ਵਿੱਚ ਉਹਨਾਂ ਦੇ ਬੱਚਿਆਂ ਨੂੰ ਹੱਸਦੇ ਖੇਡਦੇ ਦੇਖਦਾ ਤਾਂ ਮੈਨੂੰ ਉਹਨਾਂ ਨਾਲ ਈਰਖਾ ਹੋ ਜਾਂਦੀ ਤੇ ਸੋਚਦਾ ਕਾਸ਼ ਮੇਰੇ ਘਰ ਵੀ ਬੱਚਾ ਹੁੰਦਾ। ਤੇ ਫਿਰ ਬੜੀ ਜਲਦੀ ਮੇਰੀ ਪਰਮਾਤਮਾ ਨੇ ਸੁਣ ਲਈ ਤੇ ਮੇਰੇ ਘਰ ਇੱਕ ਮੁੰਡੇ ਨੇ ਜਨਮ ਲਿਆ। ਉਸ ਦਿਨ ਮੈਂ ਬਹੁਤ ਖੁਸ਼ ਹੋਇਆ। ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਮੈਨੂੰ ਦੁਨੀਆ ਦੀ ਹਰ ਖੁਸ਼ੀ ਮਿਲ ਗਈ ਹੋਵੇ। ਹੁਣ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਸੀ। ਪਰ ਕੁਝ ਸਮੇਂ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਮੇਰੇ 2 ਪੁੱਤਰ ਹੋਣ ਤੇ ਮੇਰੀ ਜ਼ਿੰਦਗੀ ਹੋਰ ਵੀ ਸੁਖਾਲੀ ਹੋ ਜਾਵੇ। ਤੇ ਇਸ ਵਾਰ ਵੀ ਪਰਮਾਤਮਾ ਨੇ ਮੇਰੀ ਬੜੀ ਛੇਤੀ ਸੁਣ ਲਈ ਤੇ ਮੈਂ 2 ਮੁੰਡਿਆਂ ਦਾ ਪਿਓ ਬਣ ਗਿਆ। ਮੈਂ ਆਪਣੇ ਪਿਤਾ ਦੇ ਸ਼ੁਰੂ ਕੀਤੇ ਵਪਾਰ ਨੂੰ ਬਹੁਤ ਅੱਗੇ ਲੈ ਗਿਆ। ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਨੇ ਤਾਂ ਵਪਾਰ ਸ਼ੁਰੂ ਹੀ ਕੀਤਾ ਸੀ, ਪਰ ਇਸ ਕਾਰੋਬਾਰ ਨੂੰ ਵੱਡਾ ਤਾਂ ਤੁਸੀਂ ਹੀ ਬਣਾਇਆ ਹੈ। ਇਹ ਸਾਰਾ ਤੁਹਾਡੀ ਮਿਹਨਤ ਦਾ ਹੀ ਫਲ ਹੈ। ਤੇ ਵੈਸੇ ਵੀ ਤੁਹਾਡੇ ਮਾਂ-ਬਾਪ ਤਾਂ ਬੁੱਢੇ ਹੋ ਚੁੱਕੇ ਨੇ। ਉਹਨਾਂ ਨੂੰ ਕਾਰੋਬਾਰ ਤੁਹਾਨੂੰ ਸੰਭਾਲ ਕੇ 4 ਧਾਮਾਂ ਦੀ ਯਾਤਰਾ ਤੇ ਚਲੇ ਜਾਣਾ ਚਾਹੀਦਾ ਏ। ਮੈਨੂੰ ਵੀ ਉਸ ਦੀ ਇਹ ਗੱਲ ਠੀਕ ਲੱਗੀ ਤੇ ਇਸ ਲਈ ਮੈਂ ਆਪਣੇ ਪਿਤਾ ਜੀ ਨਾਲ ਇਸ ਗੱਲ ਬਾਰੇ ਰਾਏ ਕੀਤੀ, ਪਰ ਉਹਨਾਂ ਨੇ ਇਸ ਗੱਲ ਤੋਂ ਸਾਫ਼ ਮਨਾ ਕਰ ਦਿੱਤਾ। ਮੈਨੂੰ ਉਸ ਸਮੇਂ ਬੜਾ ਗੁੱਸਾ ਆਇਆ। ਉਸ ਦਿਨ ਤੋਂ ਬਾਅਦ ਮੈਨੂੰ ਆਪਣੇ ਪਿਤਾ ਦੀ ਹਰ ਗੱਲ ਬੁਰੀ ਲੱਗਣ ਲੱਗ ਪਈ। ਕਾਰੋਬਾਰ ਵਿੱਚ ਕੁਝ ਵੀ ਕਰਨ ਤੋਂ ਪਹਿਲਾਂ ਮੈਨੂੰ ਉਹਨਾਂ ਦੀ ਸਲਾਹ ਲੈਣੀ ਪੈਂਦੀ ਸੀ। ਮੈਨੂੰ ਹਰ ਗੱਲ ਬਹੁਤ ਤੰਗ ਕਰਦੀ ਸੀ। ਹੁਣ ਮੈਂ ਉਸ ਗੁਲਾਮੀ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ। ਘਰ ਤੇ ਵਪਾਰ ਦੇ ਸਾਰੇ ਫੈਸਲੇ ਮੈਂ ਆਪ ਲੈਣਾ ਚਾਹੁੰਦਾ ਸੀ। ਬੜੀ ਛੇਤੀ ਪਰਮਾਤਮਾ ਨੇ ਮੇਰੀ ਇਹ ਬੇਨਤੀ ਵੀ ਸੁਣ ਲਈ। ਅਚਾਨਕ ਹੀ ਮੇਰੇ ਪਿਤਾ ਜੀ ਬਿਮਾਰ ਹੋ ਗਏ ਤੇ ਉਹ ਮੰਜੇ ਤੇ ਪੈ ਗਏ। ਮੈਨੂੰ ਲੱਗ ਰਿਹਾ ਸੀ ਕਿ ਹੁਣ ਉਹ ਜਲਦੀ ਹੀ ਇਸ ਦੁਨੀਆ ਤੋਂ ਵਿਦਾ ਲੈ ਲੈਣਗੇ। ਮੈਨੂੰ ਇਸ ਗੱਲ ਤੋਂ ਦੁਖੀ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਮੈਂ ਮਨ ਹੀ ਮਨ ਵਿੱਚ ਖੁਸ਼ ਸੀ, ਕਿਉਂਕਿ ਹੁਣ ਮੈਨੂੰ ਟੋਕਾ ਟਿਕਾਈ ਕਰਨ ਵਾਲਾ ਕੋਈ ਨਹੀਂ ਹੋਵੇਗਾ
ਤੇ ਘਰ ਅਤੇ ਕਾਰੋਬਾਰ ਦੇ ਸਾਰੇ ਫੈਸਲੇ ਮੈਂ ਆਪ ਲੈ ਸਕਾਂਗਾ। ਫਿਰ ਉਹਨਾਂ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ, ਇੱਥੋਂ ਤੱਕ ਕਿ ਹੁਣ ਉਹ ਬੋਲ ਵੀ ਨਹੀਂ ਸਕਦੇ ਸੀ। ਡਾਕਟਰ ਨੇ ਦੱਸਿਆ ਕਿ ਹੁਣ ਉਹਨਾਂ ਕੋਲੇ ਜ਼ਿਆਦਾ ਸਮਾਂ ਨਹੀਂ ਬਚਿਆ। ਆਪਣੇ ਦੋਸਤਾਂ ਅਤੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਸੁਨੇਹਾ ਭੇਜ ਦਿਓ ਕਿ ਮੇਰੇ ਪਿਤਾ ਜੀ ਦੇ ਅੰਤਮ ਸਮੇਂ ਤੇ ਆ ਕੇ ਉਸ ਨੂੰ ਮਿਲ ਜਾਣ। 1 ਹਫ਼ਤਾ ਬੀਤ ਗਿਆ ਸੀ ਤੇ ਪਿਤਾ ਜੀ ਦੀ ਸਿਹਤ ਹੋਰ ਵੀ ਖਰਾਬ ਹੋ ਗਈ। ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਹੁਣ ਸਾਰੇ ਤਾਂ ਇਹਨਾਂ ਨੂੰ ਮਿਲ ਕੇ ਜਾ ਚੁੱਕੇ ਨੇ, ਹੁਣ ਇਹ ਮਰਦੇ ਕਿਉਂ ਨਹੀਂ। ਮੈਨੂੰ ਵੀ ਉਸ ਦੀ ਗੱਲ ਠੀਕ ਲੱਗੀ। ਘੱਟੋ ਘੱਟ ਇਹ ਦੁੱਖ ਤਕਲੀਫ ਤੋਂ ਤਾਂ ਉਹਨਾਂ ਦਾ ਖਹਿੜਾ ਸੁੱਟ ਜਾਵੇਗਾ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤੇ ਮੈਂ ਆਪਣੇ ਪਿਤਾ ਜੀ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਮੇਰੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਸੀ ਤੇ ਮੇਰੀ ਮਾਂ ਉਹਨਾਂ ਦੇ ਸਿਰਹਾਣੇ ਬੈਠੀ ਰੋ ਰਹੀ ਸੀ। ਉਦੋਂ ਮੈਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ ਤੇ ਆਪਣੇ ਪਿਤਾ ਨਾਲ ਬਿਤਾਏ ਉਹ ਸਾਰੇ ਪਲ ਮੇਰੀਆਂ ਅੱਖਾਂ ਮੂਹਰੇ ਘੁੰਮ ਰਹੇ ਸੀ। ਮੈਂ ਵੀ ਆਪਣੀ ਮਾਂ ਦੇ ਕੋਲ ਬੈਠ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ। ਫਿਰ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਬਾਪ ਦੀ ਅੰਤਿਮ ਯਾਤਰਾ ਬੜੀ ਧੂਮ-ਧਾਮ ਨਾਲ ਕੱਢਾਂਗਾ ਤਾਂ ਜੋ ਸਾਰੇ ਲੋਕ ਦੇਖ ਸਕਣ ਕਿ ਮੈਂ ਆਪਣੇ ਪਿਓ ਨੂੰ ਕਿੰਨਾ ਪਿਆਰ ਕਰਦਾ ਸੀ। ਮੈਂ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ। ਲੋਕ ਹੈਰਾਨ ਸੀ ਕਿ ਹਰ ਪਾਸੇ ਮੇਰੇ ਪਿਤਾ ਦੀ ਅੰਤਿਮ ਯਾਤਰਾ ਬਾਰੇ ਹੀ ਗੱਲਾਂ ਹੋ ਰਹੀਆਂ ਸੀ। ਲੋਕ ਮੇਰੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਸੀ ਤੇ ਮੈਂ ਆਪਣੇ ਮਨ ਅੰਦਰ ਬਹੁਤ ਹੀ ਖੁਸ਼ ਹੋ ਰਿਹਾ ਸੀ। ਹੁਣ ਵਪਾਰ ਉੱਪਰ ਮੈਂ ਪੂਰੀ ਤਰ੍ਹਾਂ ਕਾਬੂ ਪਾ ਲਿਆ ਸੀ ਤੇ ਵਪਾਰ ਅਤੇ ਘਰ ਦਾ ਹਰ ਫੈਸਲਾ ਆਪਣੀ ਮਰਜ਼ੀ ਨਾਲ ਲੈਂਦਾ ਸੀ। ਮੈਂ ਬਹੁਤ ਤਰੱਕੀ ਕੀਤੀ, ਇਸ ਲਈ ਮੈਨੂੰ ਜੋ ਵੀ ਕਰਨ ਦੀ ਲੋੜ ਪਈ ਮੈਂ ਉਹ ਕੀਤਾ। ਪੈਸਿਆਂ ਪ੍ਰਤੀ ਮੇਰਾ ਲਾਲਚ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ। ਦੇਖਦੇ ਹੀ ਦੇਖਦੇ ਮੈਂ ਆਪਣੇ ਇਲਾਕੇ ਦਾ ਸਭ ਤੋਂ ਅਮੀਰ ਵਪਾਰੀ ਬਣ ਗਿਆ। ਮੇਰੇ ਦੋਨੋਂ ਮੁੰਡੇ ਵੀ ਹੁਣ ਵੱਡੇ ਹੋ ਗਏ ਸੀ। ਉਹਨਾਂ ਦੇ ਵਿਆਹ ਵੀ ਮੈਂ ਵੱਡੇ ਘਰਾਂ ਵਿੱਚ ਹੀ ਕੀਤੇ ਸੀ ਤਾਂ ਕਿ ਮੈਨੂੰ ਮੇਰੇ ਵਪਾਰ ਵਿੱਚ ਉਹਨਾਂ ਕੋਲੋਂ ਸਹਾਇਤਾ ਮਿਲ ਸਕੇ ਤੇ ਮੇਰਾ ਕਾਰੋਬਾਰ ਹੋਰ ਵੀ ਫੈਲ ਸਕੇ। ਫਿਰ ਇੱਕ ਦਿਨ ਮੇਰੀ ਮਾਂ ਦੀ ਹਾਲਤ ਵੀ ਖਰਾਬ ਹੋ ਗਈ ਤੇ ਉਹ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਮੈਂ ਵੀ ਹੌਲੀ-ਹੌਲੀ ਬੁਢਾਪੇ ਵੱਲ ਵਧ ਰਿਹਾ ਸੀ ਤੇ ਮੇਰੇ ਬੱਚੇ ਵੀ ਮੇਰੇ ਕਾਰੋਬਾਰ ਵਿੱਚ ਮੇਰਾ ਸਾਥ ਦੇਣ ਲੱਗ ਪਏ। ਫਿਰ ਅਚਾਨਕ ਕੁਝ ਸਾਲਾਂ ਬਾਅਦ ਮੇਰੀ ਪਤਨੀ ਵੀ ਪੂਰੀ ਹੋ ਗਈ। ਉਸ ਦਿਨ ਮੈਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਮੈਂ ਬਿਲਕੁਲ ਇਕੱਲਾ ਰਹਿ ਗਿਆ ਹੋਵਾਂ ਤੇ ਮੈਂ ਬਹੁਤ ਦੁਖੀ ਤੇ ਉਦਾਸ ਰਹਿਣ ਲੱਗ ਪਿਆ। ਫਿਰ ਮੈਨੂੰ ਕਿਸੇ ਨੇ ਮਹਾਤਮਾ ਬੁੱਧ ਬਾਰੇ ਦੱਸਿਆ। ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਦੇ ਉਪਦੇਸ਼ ਸੁਣੇ, ਪਰ ਉਹਨਾਂ ਦੇ ਉਪਦੇਸ਼ ਮੇਰੀ ਸੋਚ ਦੇ ਬਿਲਕੁਲ ਖਿਲਾਫ ਸੀ। ਮੈਂ ਉਹਨਾਂ ਦੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਸੀ। ਮੇਰੇ ਵਾਂਗੂ ਹੋਰ ਵੀ ਬਥੇਰੇ ਲੋਕ ਸੀ ਜਿਹੜੇ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ। ਇਸ ਲਈ ਅਸੀਂ ਮਿਲ ਕੇ ਮਹਾਤਮਾ ਬੁੱਧ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਹੀ ਹੋਰ ਕਈ ਸਾਲ ਲੰਘ ਗਏ ਤੇ ਮੈਂ ਆਪਣੇ ਪੁੱਤਰਾਂ ਨਾਲ ਆਪਣੇ ਵਪਾਰ ਨੂੰ ਹੋਰ ਵਧਾਉਂਦਾ ਗਿਆ। ਪਰ ਹੁਣ ਮੇਰਾ ਦਿਨੋਂ ਦਿਨ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ, ਇਸ ਲਈ ਜ਼ਿਆਦਾਤਰ ਵਪਾਰ ਹੁਣ ਮੇਰੇ ਬੱਚੇ ਹੀ ਸਾਂਭ ਰਹੇ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਹਾਲਤ ਕੁਝ ਜ਼ਿਆਦਾ ਹੀ ਖਰਾਬ ਹੋ ਗਈ। ਮੈਂ ਸ਼ਹਿਰ ਦੇ ਚੰਗੇ ਤੋਂ ਚੰਗੇ ਵੈਦ ਨੂੰ ਬੁਲਾਇਆ, ਪਰ ਮੈਨੂੰ ਕੋਈ ਵੀ ਫਾਇਦਾ ਨਾ ਹੋਇਆ। ਮੇਰੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਰਹਿਣ ਲੱਗੀ। ਫਿਰ ਇੱਕ ਦਿਨ ਮੇਰਾ ਵੱਡਾ ਬੇਟਾ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਪਿਤਾ ਜੀ ਹੁਣ ਤੁਸੀਂ ਬੁੱਢੇ ਹੋ ਗਏ ਹੋ ਤੇ ਤੁਹਾਡੀ ਸਿਹਤ ਵੀ ਅੱਜ ਕੱਲ੍ਹ ਠੀਕ ਨਹੀਂ ਰਹਿੰਦੀ, ਇਸ ਲਈ ਕਾਰੋਬਾਰ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ। ਮੈਂ ਇਸ ਨੂੰ ਚੰਗੀ ਤਰ੍ਹਾਂ ਸੰਭਾਲ ਲਵਾਂਗਾ ਤੇ ਆਪਣੇ ਛੋਟੇ ਭਰਾ ਦੀ ਵੀ ਦੇਖਭਾਲ ਕਰਾਂਗਾ। ਇਹ ਸੁਣਦਿਆਂ ਹੀ ਮੈਂ ਕਿਹਾ, ਮੈਂ ਸਿਰਫ ਬਿਮਾਰ ਹਾਂ, ਮਰਿਆ ਨਹੀਂ ਹਾਂ। ਮੈਂ ਥੋੜੇ ਦਿਨਾਂ ਵਿੱਚ ਫਿਰ ਤੋਂ ਠੀਕ ਹੋ ਜਾਵਾਂਗਾ। ਉਹ ਬਿਨਾਂ ਕੁਝ ਬੋਲੇ ਹੀ ਉੱਥੋਂ ਚਲਾ ਜਾਂਦਾ ਏ। ਉਸਦੇ ਜਾਣ ਤੋਂ ਬਾਅਦ ਮੇਰਾ ਛੋਟਾ ਬੇਟਾ ਮੇਰੇ ਕੋਲ ਆਇਆ ਤੇ ਬੋਲਿਆ ਕਿ ਪਿਤਾ ਜੀ ਆਪਣੇ ਕਾਰੋਬਾਰ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ। ਮੈਂ ਇਸ ਨੂੰ ਤੁਹਾਡੇ ਤਰ੍ਹਾਂ ਹੀ ਬਹੁਤ ਅੱਗੇ ਲੈ ਕੇ ਜਾਵਾਂਗਾ। ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰਾ ਵੱਡਾ ਭਰਾ ਤਾਂ ਬਹੁਤ ਹੀ ਨਸ਼ੇ ਕਰਦਾ ਏ। ਇਸ ਕਾਰੋਬਾਰ ਨੂੰ ਚਲਾਉਣਾ ਉਸਦੇ ਵੱਸੋਂ ਬਾਹਰ ਏ। ਇਹ ਸੁਣ ਕੇ ਮੈਂ ਉਸਨੂੰ ਵੀ ਕਿਹਾ ਕਿ ਬੇਟਾ ਮੈਂ ਸਿਰਫ ਬਿਮਾਰ ਹਾਂ, ਮਰਿਆ ਨਹੀਂ। ਮੈਂ ਥੋੜੇ ਦਿਨਾਂ ਵਿੱਚ ਫਿਰ ਤੋਂ ਸਿਹਤਮੰਦ ਹੋ ਜਾਵਾਂਗਾ। ਇਹ ਸੁਣ ਕੇ ਉਹ ਵੀ ਉੱਥੋਂ ਚਲਾ ਜਾਂਦਾ ਏ। ਪਰ ਮੇਰੀ ਹਾਲਤ ਅੱਗੇ ਨਾਲੋਂ ਵੀ ਜ਼ਿਆਦਾ ਹੀ ਖਰਾਬ ਹੁੰਦੀ ਜਾ ਰਹੀ ਸੀ। ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਹੁਣ ਮੇਰੇ ਕੋਲੇ ਜ਼ਿਆਦਾ ਸਮਾਂ ਨਹੀਂ ਬਚਿਆ, ਇਸ ਲਈ ਆਪਣੇ ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸੁਨੇਹਾ ਭੇਜ ਦਿਓ ਕਿ ਆਖਰੀ ਵਾਰ ਆ ਕੇ ਮਿਲ ਜਾਣ। ਇਹ ਸੁਣ ਕੇ ਮੇਰੇ ਘਰ ਦੇ ਸਾਰੇ ਜੀ ਰੋਣ ਲੱਗ ਜਾਂਦੇ ਨੇ ਤੇ ਮੇਰੇ ਮੁੰਡੇ ਸਾਰੇ ਸਕੇ ਸੰਬੰਧੀਆਂ ਨੂੰ ਚਿੱਠੀਆਂ ਲਿਖਣ ਲੱਗ ਜਾਂਦੇ ਨੇ। ਮੈਂ ਮੰਜੇ ਉੱਤੇ ਪਿਆ ਇਹ ਸਭ ਦੇਖ ਰਿਹਾ ਸੀ। ਮੈਂ ਹਜੇ ਜਿਉਂਦਾ ਸੀ
ਪਰ ਮੇਰੀ ਮੌਤ ਦਾ ਤਮਾਸ਼ਾ ਮੇਰੀਆਂ ਹੀ ਅੱਖਾਂ ਅੱਗੇ ਚੱਲ ਰਿਹਾ ਸੀ। ਮੈਂ ਕੁਝ ਵੀ ਨਹੀਂ ਸੀ ਕਰ ਪਾ ਰਿਹਾ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਆਪਣੇ ਪਿਤਾ ਦੀ ਬੇਵਸੀ ਦਾ ਅਹਿਸਾਸ ਹੋ ਰਿਹਾ ਸੀ। ਹੌਲੀ-ਹੌਲੀ ਸਾਡੇ ਸਾਰੇ ਰਿਸ਼ਤੇਦਾਰ ਮੇਰਾ ਪਤਾ ਲੈਣ ਲਈ ਮੇਰੇ ਕੋਲ ਆਉਣ ਲੱਗੇ। ਉਹ ਮੇਰੇ ਕੋਲ ਬੈਠ ਕੇ ਰੋਂਦੇ ਤੇ ਆਖਦੇ ਕਿ ਤੁਹਾਡੇ ਬਿਨਾਂ ਸਾਡਾ ਕੰਮ ਕਿਸ ਤਰ੍ਹਾਂ ਚੱਲੇਗਾ। ਮੈਂ ਸੋਚਦਾ ਕਿ ਹਜੇ ਤਾਂ ਮੈਂ ਜਿਉਂਦਾ ਹਾਂ, ਇਹ ਮੈਨੂੰ ਹੁਣ ਤੋਂ ਹੀ ਕਿਉਂ ਮਾਰੀ ਜਾ ਰਹੇ ਨੇ। ਉਹਨਾਂ ਨੂੰ ਮੇਰੇ ਮਰਨ ਦਾ ਦੁੱਖ ਨਹੀਂ ਸੀ, ਉਹਨਾਂ ਨੂੰ ਤਾਂ ਬਸ ਇਸ ਗੱਲ ਦਾ ਦੁੱਖ ਸੀ ਕਿ ਮੇਰੇ ਮਰਨ ਤੋਂ ਬਾਅਦ ਉਹਨਾਂ ਦਾ ਕੰਮ ਕਿਸ ਤਰ੍ਹਾਂ ਚੱਲੇਗਾ। ਇਹ ਸਾਰੇ ਲੋਕ ਮਤਲਬੀ ਨੇ। ਹੁਣ ਤਾਂ ਮੇਰੇ ਦੋਵੇਂ ਬੇਟੇ ਮੇਰੇ ਸਾਹਮਣੇ ਹੀ ਜਾਇਦਾਦ ਦੀ ਲੜਾਈ ਲੜਨ ਲੱਗ ਪਏ। ਇਸ ਲੜਾਈ ਵਿੱਚ ਮੇਰੀਆਂ ਨੂੰਹਾਂ ਵੀ ਉਹਨਾਂ ਦਾ ਸਾਥ ਦੇ ਰਹੀਆਂ ਸੀ। ਉਸ ਦਿਨ ਜ਼ਿੰਦਗੀ ਵਿੱਚ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰਕੇ ਮੈਂ ਜੋ ਦੌਲਤ ਇਕੱਠੀ ਕੀਤੀ ਉਹ ਕਿਸੇ ਵੀ ਕੰਮ ਦੀ ਨਹੀਂ। ਉਹ ਦੌਲਤ ਮੇਰੀ ਕਿਸੇ ਵੀ ਤਰ੍ਹਾਂ ਜਾਨ ਨਹੀਂ ਬਚਾ ਸਕਦੀ, ਮੈਨੂੰ ਪਹਿਲਾਂ ਵਾਂਗ ਤੰਦਰੁਸਤ ਤੇ ਠੀਕ ਨਹੀਂ ਕਰ ਸਕਦੀ ਤੇ ਇਹ ਦੌਲਤ ਹੀ ਮੇਰੀ ਔਲਾਦ ਵਿੱਚ ਨਫ਼ਰਤ ਦਾ ਕਾਰਨ ਬਣ ਗਈ। ਜਿਸ ਦੌਲਤ ਦੇ ਪਿੱਛੇ ਮੈਂ ਬਚਪਨ ਤੋਂ ਦੌੜ ਰਿਹਾ ਸੀ ਤੇ ਜਿਸ ਦੇ ਲਈ ਮੈਂ ਪਤਾ ਨਹੀਂ ਕਿੰਨਿਆਂ ਨੂੰ ਝੂਠ ਬੋਲਿਆ ਤੇ ਠੱਗਿਆ, ਬਸ ਇਸ ਲਈ ਕਿ ਇਹ ਸਭ ਇੱਥੇ ਹੀ ਧਰਿਆ ਧਰਾਇਆ ਰਹਿ ਜਾਵੇ। ਕਾਸ਼ ਮੈਨੂੰ ਇਹ ਗੱਲ ਉਸ ਦਿਨ ਸਮਝ ਆ ਜਾਂਦੀ ਜਿਸ ਦਿਨ ਮੇਰੇ ਪਿਤਾ ਜੀ ਬਿਮਾਰ ਪਏ ਸੀ, ਤਾਂ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੱਲ ਲਿਜਾ ਸਕਦਾ ਸੀ। ਐਸੇ ਕੰਮ ਕਰ ਸਕਦਾ ਸੀ ਕਿ ਲੋਕ ਮੈਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਦੇ, ਕਿਉਂਕਿ ਉਦੋਂ ਮੇਰੇ ਕੋਲ ਸਮਾਂ, ਊਰਜਾ ਤੇ ਪੈਸਾ ਤਿੰਨੇ ਚੀਜ਼ਾਂ ਹੀ ਸੀ। ਪਰ ਜਦੋਂ ਤੱਕ ਮੈਨੂੰ ਇਹ ਗੱਲ ਸਮਝ ਆਈ ਉਦੋਂ ਤੱਕ ਬਹੁਤ ਹੀ ਦੇਰ ਹੋ ਚੁੱਕੀ ਸੀ। ਮੈਂ ਆਪਣੇ ਪੁੱਤਰਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਮੇਰੀ ਅੰਤਮ ਯਾਤਰਾ ਕਿਵੇਂ ਕੱਢੋਗੇ। ਵੱਡਾ ਪੁੱਤਰ ਬੋਲਿਆ ਕਿ ਜੇਕਰ ਤੁਸੀਂ ਸਾਰਾ ਕਾਰੋਬਾਰ ਮੇਰੇ ਨਾਮ ਕਰ ਦਿੰਦੇ ਹੋ ਤਾਂ ਮੈਂ ਤੁਹਾਡੀ ਐਸੀ ਅੰਤਿਮ ਯਾਤਰਾ ਕੱਢਾਂਗਾ ਕਿ ਲੋਕ ਦੇਖਦੇ ਰਹਿ ਜਾਣਗੇ ਤੇ ਸਮਝ ਜਾਣਗੇ ਤੁਸੀਂ ਐਵੇਂ ਹੀ ਨਹੀਂ ਇਸ ਨਗਰ ਦੇ ਸਭ ਤੋਂ ਅਮੀਰ ਵਪਾਰੀ ਸੀ। ਫਿਰ ਦੂਸਰਾ ਬੇਟਾ ਬੋਲਿਆ, ਜੇਕਰ ਤੁਸੀਂ ਸਾਰਾ ਕਾਰੋਬਾਰ ਮੇਰੇ ਨਾਮ ਕਰ ਦਿੰਦੇ ਹੋ ਤਾਂ ਮੈਂ ਤੁਹਾਡੀ ਐਸੀ ਅੰਤਿਮ ਯਾਤਰਾ ਕੱਢਾਂਗਾ ਕਿ ਕਿਸੇ ਰਾਜੇ ਮਹਾਰਾਜੇ ਦੀ ਵੀ ਐਸੀ ਅੰਤਿਮ ਯਾਤਰਾ ਨਹੀਂ ਨਿਕਲੀ ਹੋਵੇਗੀ। ਲੋਕ ਇਸ ਯਾਤਰਾ ਨੂੰ ਸਾਲਾਂ ਤੱਕ ਯਾਦ ਰੱਖਣਗੇ। ਇੰਨਾ ਕਹਿ ਕੇ ਦੋਨੋਂ ਬੇਟੇ ਫਿਰ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਤੇ ਮੇਰੀਆਂ ਨੂੰਹਾਂ ਵੀ ਉਹਨਾਂ ਨਾਲ ਇਸ ਲੜਾਈ ਵਿੱਚ ਰੁੱਝ ਗਈਆਂ। ਮੈਂ ਉੱਥੇ ਪਿਆ ਸੋਚ ਰਿਹਾ ਸੀ ਕਿ ਇਹ ਸਭ ਮੈਂ ਆਪਣੀ ਲਗਨ ਤੇ ਮਿਹਨਤ ਨਾਲ ਬਣਾਇਆ। ਅੱਜ ਇਹ ਸਾਰਾ ਕੁਝ ਸੁੱਟ ਰਿਹਾ ਏ ਤੇ ਮੇਰੀ ਕਮਾਈ ਦੌਲਤ ਨਾਲ ਹੀ ਮੇਰਾ ਸੌਦਾ ਕੀਤਾ ਜਾ ਰਿਹਾ ਏ। ਮੈਂ ਹੁਣ ਤੱਕ ਇਸ ਘਮੰਡ ਵਿੱਚ ਰਹਿੰਦਾ ਸੀ ਕਿ ਮੈਂ ਸਭ ਤੋਂ ਸਫਲ ਤੇ ਚੰਗੀ ਜ਼ਿੰਦਗੀ ਮਾਣੀ ਏ। ਮੈਨੂੰ ਉਸ ਦਿਨ ਮਹਿਸੂਸ ਹੋਇਆ ਕਿ ਮੈਂ ਤਾਂ ਜਿਉਣਾ ਹੀ ਸ਼ੁਰੂ ਨਹੀਂ ਸੀ ਕੀਤਾ ਤੇ ਮੇਰਾ ਆਖਰੀ ਸਮਾਂ ਵੀ ਆ ਗਿਆ। ਮੈਂ ਕਿੰਨੇ ਲੋਕਾਂ ਨੂੰ ਮਰਦੇ ਹੋਏ ਦੇਖਿਆ, ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ ਤੇ ਆਪਣੇ ਘਰਵਾਲੀ ਨੂੰ। ਸਭ ਦੀ ਦੌੜ ਸ਼ਮਸ਼ਾਨ ਘਾਟ ਵਿੱਚ ਜਾ ਕੇ ਖਤਮ ਹੋ ਜਾਂਦੀ ਏ। ਮੈਂ ਵੀ ਕਿੰਨੀ ਵਾਰ ਉੱਥੇ ਗਿਆ ਸੀ, ਪਰ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰਾ ਸਫ਼ਰ ਵੀ ਇੱਥੇ ਆ ਕੇ ਹੀ ਖਤਮ ਹੋਵੇਗਾ। ਪਤਾ ਨਹੀਂ ਮੈਂ ਕਿਸ ਚੀਜ਼ ਵਿੱਚ ਰੁੱਝ ਗਿਆ। ਬਚਪਨ ਵਿੱਚ ਅਜਿਹਾ ਉਲਝਿਆ ਤੇ ਬੁਢਾਪੇ ਤੱਕ ਉਲਝਦਾ ਹੀ ਗਿਆ। ਕਿਤੇ ਹੁਣ ਜਾ ਕੇ ਸਮਝ ਆਇਆ ਤੇ ਹੁਣ ਮੇਰੇ ਕੋਲ ਸਮਾਂ ਹੀ ਨਹੀਂ ਰਿਹਾ। ਸਭ ਕੁਝ ਹੱਥੋਂ ਨਿਕਲ ਗਿਆ ਤੇ ਬਸ ਮੇਰੇ ਪੱਲੇ ਪਛਤਾਵਾ ਹੀ ਰਹਿ ਗਿਆ। ਐਨਾ ਕਹਿ ਕੇ ਉਹ ਬਜ਼ੁਰਗ ਚੁੱਪ ਹੋ ਜਾਂਦਾ ਏ ਤੇ ਮਹਾਤਮਾ ਬੁੱਧ ਕੋਲ ਜਾ ਕੇ ਬੋਲਿਆ, ਮੈਂ ਆਪਣੀ ਸਾਰੀ ਜ਼ਿੰਦਗੀ ਆਪਣੇ ਹੱਥੀਂ ਖਰਾਬ ਕਰ ਦਿੱਤੀ ਕਿ ਇਹਨਾਂ ਬਚੇ ਹੋਏ ਦਿਨਾਂ ਲਈ ਮੈਨੂੰ ਤੁਹਾਡੇ ਕੋਲੋਂ ਕੁਝ ਮਿਲ ਸਕਦਾ ਏ। ਮਹਾਤਮਾ ਬੁੱਧ ਬੋਲਦੇ ਨੇ, ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬੇਸ਼ੱਕ ਤੁਸੀਂ ਅਗਿਆਨਤਾ ਵਿੱਚ ਹੀ ਗੁਜ਼ਾਰ ਦਿੱਤਾ, ਗਿਆਨ ਦਾ ਤਾਂ ਇੱਕ ਪਲ ਹੀ ਬਹੁਤ ਵੱਡਾ ਹੁੰਦਾ ਏ। ਤੁਹਾਡੇ ਕੋਲ ਹੁਣ ਜੋ ਸਮਾਂ ਏ ਉਹ ਗਿਆਨ ਨਾਲ ਭਰਿਆ ਹੋਇਆ ਏ। ਇਸ ਲਈ ਹੁਣ ਜੋ ਵੀ ਮਿਲੇ ਉਸ ਨੂੰ ਹੱਸ ਕੇ ਸਵੀਕਾਰ ਕਰ ਲਵੋ। ਉਹ ਚਾਹੇ ਸਾਹ ਹੋਣ ਜਾਂ ਫਿਰ ਮੌਤ। ਬਚੀ ਹੋਈ ਜ਼ਿੰਦਗੀ ਨੂੰ ਪੂਰਨਤਾ ਨਾਲ ਦੇਖੋ ਤੇ ਜੋ ਲੰਘ ਗਿਆ ਉਸ ਲਈ ਪਛਤਾਉਣਾ ਬੰਦ ਕਰ ਦਿਓ। ਵਰਤਮਾਨ ਵਿੱਚ ਰਹਿ ਕੇ ਵਰਤਮਾਨ ਦੇ ਹਰ ਪਲ ਨੂੰ ਮੰਨਣਾ ਚਾਹੀਦਾ ਏ। ਜਿੰਨਾ ਰਹੱਸ ਜੀਵਨ ਵਿੱਚ ਹੈ ਉਹ ਤੋਂ ਕਿਤੇ ਜ਼ਿਆਦਾ ਰਹੱਸ ਮੌਤ ਵਿੱਚ ਹੈ। ਜਿੰਨੀ ਖੁਸ਼ੀ ਸਾਨੂੰ ਜ਼ਿੰਦਗੀ ਨਹੀਂ ਦੇ ਸਕਦੀ ਓਨੀ ਖੁਸ਼ੀ ਸਾਨੂੰ ਮੌਤ ਦੇ ਸਕਦੀ ਏ। ਬਸ ਤੁਸੀਂ ਹੋਸ਼ ਵਿੱਚ ਰਹਿ ਕੇ ਬਚੀ ਹੋਈ ਜ਼ਿੰਦਗੀ ਦੇ ਹਰ ਪਲ ਨੂੰ ਮਾਣਨਾ ਤੇ ਦੇਖਣਾ। ਬੀਤੇ ਹੋਏ ਕੱਲ ਦੀ ਤੇ ਆਉਣ ਵਾਲੇ ਕੱਲ ਦੀ ਚਿੰਤਾ ਮਨ ਵਿੱਚੋਂ ਕੱਢ ਕੇ ਤੇ ਚੱਲ ਰਹੇ ਇਸ ਪਲ ਦੇ ਨਾਲ ਇੱਕਮਿਕ ਹੋ ਜਾਓ। ਫਿਰ ਜੋ ਗਿਆਨ ਤੁਹਾਨੂੰ ਪ੍ਰਾਪਤ ਹੋਵੇਗਾ
ਤੇ ਆਖਰੀ ਪਲਾਂ ਵਿੱਚ ਉਹੀ ਗਿਆਨ ਤੁਹਾਡੀ ਸਹਾਇਤਾ ਕਰੇਗਾ। ਸੋ ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਇਸ ਕਹਾਣੀ ਵਿੱਚੋਂ ਸਿੱਖਿਆ ਨੂੰ ਸਮਝ ਕੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਚੰਗੇ ਅਤੇ ਬਿਹਤਰ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰੋਗੇ। ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਕਹਾਣੀ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਆਪਾਂ ਹੋਰ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।